ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤ ਵੱਲੋਂ ਯੂਕਰੇਨ ਮੁੱਦੇ ਤੇ ਰੂਸ ਦੀ ਪਿੱਠ ਜਿਹੜੀ ਉਹ ਠੋਕੀ ਜਾ ਰਹੀ ਹੈ, ਪਰ ਦੂਸਰੇ ਪਾਸੇ ਅਮਰੀਕਾ ਨੂੰ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕਰ ਰਿਹਾ। ਸੋ ਭਾਰਤ ਸਰਕਾਰ ਵੱਲੋਂ ਚੀਨ ਦੇ ਨਾਗਰਿਕਾਂ ਦੇ ਜਿਹੜੇ ਵੀਜ਼ੇ ਨੇ ਉਹ ਉਹਨਾਂ ਨੂੰ ਕੈਂਸਲ ਕਰਨਾ ਇਸ ਕਵਾਇਦ ਦਾ ਇੱਕ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਅਖਾਣ ਕਿ ਜੇ ਤੁਸੀਂ ਹਾਥੀਆਂ ਨਾਲ ਦੋਸਤੀ ਲਾਈ ਹੈ ਤੇ ਫਿਰ ਤੁਸੀਂ ਜਿਹੜਾ ਆਪਣੇ ਦਰਵਾਜ਼ੇ ਨੀਵੇਂ ਨਹੀਂ ਰੱਖ ਸਕਦੇ। ਤੁਹਾਡਾ ਜਿਹੜੀ ਬਾਰਾਂਦਰੀ ਹੈ ਜਾਂ ਜਿਹੜਾ ਤੁਹਾਡੇ ਗੇਟ ਹੈ ਉੱਚਾ ਹੀ ਹੁੰਦਾ, ਹਾਥੀ ਵੜੇਗਾ ਕਿਵੇਂ? ਹੁਣ ਭਾਰਤ ਨੇ ਇਹੀ ਨਹੀਂ ਕਿ ਵੀ ਹਾਥੀਆਂ ਨਾਲ ਯਾਰੀ ਲਾਈ, ਪਰ ਇਹ ਹੈ ਵੀ ਇੱਕੋ ਵੇਲੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਸੱਪ ਦੇ ਨਾਲ ਵੀ ਯਾਰੀ ਹੈ ਤੇ ਨਿਓਲੇ ਦੇ ਨਾਲ ਵੀ ਯਾਰੀ ਹੈ। ਹੁਣ ਸੱਪ ਤੇ ਨਿਓਲਾ ਜਾਂ ਜਿਹਨੂੰ ਕਹਿੰਦੇ ਨੇ ਕਿ ਵੀ ਈਦਰ ਟੂ ਬੀ ਵਿਦ ਦਾ ਹੇਅਰ ਔਰ ਵਿਦ ਦਾ ਹਾਊਂਡ, ਕਿ ਵੀ ਤੁਸੀਂ ਸਹਿ ਦੇ ਨਾਲ ਵੀ ਇੱਕੋ ਵੇਲੇ ਔਰ ਸ਼ਿਕਾਰੀ ਕੁੱਤੇ ਨਾਲ ਵੀ ਇੱਕੋ ਵੇਲੇ ਨਹੀਂ ਹੋ ਸਕਦੇ। ਤੁਹਾਨੂੰ ਇੱਕ ਦੇ ਨਾਲ ਹੀ ਹੋਣਾ ਪਏਗਾ, ਜਾਂ ਸੱਪ ਨਾਲ ਹੋ ਜਾਂ ਨਿਓਲੇ ਨਾਲ ਹੋ। ਹੁਣ ਭਾਰਤ ਨੇ ਜ਼ਾਹਰ ਹੈ ਸੋਵੀਅਤ ਯੂਨੀਅਨ ਦੇ ਨਾਲ ਜਿਹੜਾ ਇੱਕ ਸਟੇਜ ਤੱਕ ਸੋਵੀਅਤ ਯੂਨੀਅਨ ਅਮਰੀਕਾ ਨਿਊਟਰੈਲਿਟੀ ਰੱਖੀ, ਫਿਰ ਸੋਵੀਅਤ ਯੂਨੀਅਨ ਦੇ ਖਾਤੇ ਚਲੇ ਗਏ। ਰਸ਼ੀਆ ਜਦੋਂ ਸੋਵੀਅਤ ਯੂਨੀਅਨ ਟੁੱਟਿਆ 15 'ਚ, ਫਿਰ ਅਮਰੀਕਾ ਵੱਲ ਖਿਸਕਦਾ ਇੱਥੋਂ ਤੱਕ ਚਲੇ ਗਏ ਕਿ ਕੁਆਡ ਦਾ ਮੈਂਬਰ ਬਣ ਗਏ ਚਾਈਨਾ ਨੂੰ ਘੇਰਨ ਲਈ। ਆਲ ਆਫ ਏ ਸਡਨ ਜਦੋਂ ਫਿਰ ਇਹ ਰੂਸ ਯੂਕਰੇਨ ਮੁੱਦਾ ਇਹਨਾਂ ਨੂੰ ਯਾਦ ਆਇਆ ਕਿ ਭਾਈ ਸਾਡੀ ਤਾਂ 80% ਦੀ ਇਕਵਿਪਮੈਂਟ ਤਾਂ ਦੂਜੀ ਜਿਹੜੀ ਹੈ ਉਹ ਰੂਸੀ ਹੈ, ਔਰ ਸਸਤੇ ਸਬਸਿਡਾਈਜ਼ਡ ਕਰੂਡ ਆਇਲ ਵੀ ਖਰੀਦਣਾ ਸ਼ੁਰੂ ਕੀਤਾ। ਹੁਣ ਅਮਰੀਕਾ ਨੇ ਵੀ ਦਬਾਅ ਤਾਂ ਪੂਰਾ ਬਣਾਇਆ ਹੋਇਆ। ਉਹਨਾਂ ਦਾ ਡਿਪਟੀ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਗਿਆ, ਫਿਰ ਉਹਨਾਂ ਦੀਆਂ ਯੂਰਪੀਅਨ ਵਾਲੇ ਗਏ। ਹੁਣ ਵੀ ਆ ਇੰਡੀਆ ਯੂਰਪੀਅਨ ਯੂਨੀਅਨ ਟੂ ਲਾਂਚ ਟ੍ਰੇਡ ਐਂਡ ਟੈਕਨੋਲੋਜੀ ਕਾਉਂਸਲ ਟੂ ਡੀਲ ਵਿਦ ਨਿਊ ਚੈਲੰਜਸ, ਕਿਉਂਕਿ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਲੀਓਨ ਜਿਹੜੀ ਆ ਉਹ ਗਈ ਹੋਈ ਹੈ। ਹੁਣ ਇਹਨਾਂ ਦਾ ਇਹ ਜਿੰਨੇ ਜਾ ਰਹੇ ਨੇ ਅੰਦਰ ਵੜ ਕੇ ਮਾਰਦੇ ਤਾਂ ਇਹਨੂੰ ਯੂਕਰੇਨ ਦੀਆਂ ਹੀ ਚਪੇੜਾਂ ਨੇ, ਪਰ ਬਾਹਰ ਨਿਕਲ ਕੇ ਉਹ ਕਿਉਂਕਿ ਅਜੇ ਉਹਨਾਂ ਨੂੰ ਇਹ ਹੈ ਕਿ ਵੀ ਇਹਨੂੰ ਅਸੀਂ ਮੋਲਡ ਕਰ ਲਾਂਗੇ, ਉਹ ਇੰਨਾ ਇਹਨਾਂ ਨੂੰ ਐਂਬੈਰਸ ਨਹੀਂ ਕਰਦੇ। ਤੇ ਇਹ ਵੀ ਆਪਣੀ ਆਡੀਅנס ਦੇ ਲਈ ਕੋਈ ਨਾ ਕੋਈ ਗੱਲ ਕਹਿੰਦੇ ਨੇ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਅਮਰੀਕਾ ਦਾ ਤਰਲਾ ਵੀ ਹੁੰਦਾ ਕਿ ਦੇਖੋ ਕਿਤੇ ਸਾਡੇ ਤੇ ਕਹਿਰ ਨਾ ਬਰਸਾ ਦੇਣ। ਔਰ ਇਹਨਾਂ ਦੀ ਫਾਈਨੈਂਸ ਮਿਨਿਸਟਰ ਨੇ ਔਰ ਇਹਨਾਂ ਦੇ ਮੀਡੀਆ ਦੀ ਹੈਡਲਾਈਨ ਹੈ, ਇੰਡੀਆ ਮਸਟ ਨਾਟ ਬੀ ਵੀਕਨਡ ਇਫ US ਵਾਂਟਸ ਫਰੈਂਡਸ਼ਿਪ, ਸੇਜ਼ ਨਿਰਮਲਾ। ਹੁਣ ਇਹ ਨਿਰਮਲਾ ਸੀਤਾਰਮਨ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਦੇਖੋ ਸਾਨੂੰ ਕਿਤੇ ਇਹ ਨਾ ਹੋਏ ਕਿ ਵੀ ਅਸੀਂ ਕਮਜ਼ੋਰ ਸਾਨੂੰ ਨਾ ਕਰ ਦੇਣਾ। ਹੁਣ ਇਹ ਤਰਲਾ ਹੀ ਹੈ ਔਰ ਉਹਦੇ ਲਫ਼ਜ਼ ਨੇ, there is an understanding that India's relationship with the United States has actually moved forward. It's gotten deeper. There is no one questioning, ਉਹਨੇ ਰਿਪੋਰਟਰਸ ਨੂੰ ਕਿਹਾ, but there is also an understanding not just the legacy dependence for the defense equipment on Russia, that India has legacy issues as much as relationship over several decades. And if anything, I can say with a bit of confidence, there is positive understanding. It's not a negative understanding. I see more and more windows of opportunities opening rather than US keeping an arm's distance, saying you are calibrated your position on Russia doesn't seem like you are getting closer to us. No. ਔਰ ਉਹਨੇ ਕਿਹਾ ਕਿ ਵੀ ਦੇਖੋ ਅਮਰੀਕਾ ਵੀ ਸਮਝਦਾ ਸਾਡੀ ਕੀ ਪੋਜੀਸ਼ਨ ਹੈ ਕੀ ਹੈ, ਪਰ ਇਹ ਨਾ ਹੋਏ ਤੁਸੀਂ ਸਾਡੀ ਕੈਲੀਬਰੇਟਡ ਪੋਜੀਸ਼ਨ। ਹੁਣ ਇਹ ਤਾਂ ਨਹੀਂ ਹੈ ਇੱਕ ਸਟੇਜ ਆਉਂਦੀ ਹੈ ਵੀ ਤੁਹਾਨੂੰ ਉਹ ਅਮਰੀਕਨਾਂ ਦਾ ਤਾਂ ਇਹ ਪਾਰਟ ਹੁੰਦਾ, ਅਜੇ ਤੱਕ ਤਾਂ ਉਹ ਚੱਲ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਸ਼ਾਇਦ ਇਹ ਹੋਏ। ਫਿਰ ਇਹੀ ਹੁੰਦਾ ਵੀ ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਪਰ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਅਮਰੀਕਾ ਦੇ ਅੱਗੇ ਤਾਂ ਅੰਦਰ ਵੜ ਕੇ ਤਰਲੇ ਹੀ ਕਰ ਰਹੇ ਨੇ ਵੀ ਸਾਨੂੰ ਥੋੜ੍ਹਾ ਜਿਹਾ ਟਾਈਮ ਦਿਓ ਬਿਫੋਰ ਅਸੀਂ ਜਿਹੜੀ ਸਾਡੀ ਡਿਪੈਂਡੈਂਸ ਹੈ ਰਸ਼ੀਆ 'ਤੇ ਇਕਵਿਪਮੈਂਟ ਜਾਂ ਦੂਜੇ ਦੀ ਘਟੇ। ਪਰ ਇਹ ਵੀ ਲੱਗਦਾ ਵੀ ਉਹਨਾਂ ਨੂੰ ਇਹ ਵੀ ਉਹ ਖੁਸ਼ ਕਰਨਾ ਚਾਹੁੰਦੇ ਨੇ ਕਿ ਦੇਖੋ ਚਾਈਨਾ ਦੇ ਖਿਲਾਫ ਅਸੀਂ ਲੈ ਰਹੇ ਹਾਂ ਐਕਸ਼ਨ। ਔਰ ਇਹ ਖਬਰ ਹੈ ਇੰਡੀਆ ਸਸਪੈਂਡਸ ਟੂਰਿਸਟ ਵੀਜ਼ਾਜ਼ ਆਫ ਚਾਈਨੀਜ਼ ਨੈਸ਼ਨਲ। ਔਰ ਉਹਨਾਂ ਨੇ ਇੰਡੀਆ ਨੇ ਕਿਹਾ ਕਿ ਜੀ ਅਸੀਂ ਜਿਹਨਾਂ ਦੇ ਕੋਲ ਚਾਈਨੀਜ਼ ਨੈਸ਼ਨਲਸ ਕੋਲ ਇੰਡੀਆ ਵੀਜ਼ਾ ਉਹ ਅਸੀਂ ਸਸਪੈਂਡ ਕਰ ਰਹੇ। ਔਰ ਉਹਦਾ ਉਹਨਾਂ ਨੇ ਲੌਜਿਕ ਇਹ ਦਿੱਤਾ ਹੈ ਕਿ ਜੀ ਸਾਡੇ 22,000 ਇੰਡੀਅਨ ਸਟੂਡੈਂਟ ਜਿਹੜੇ ਚਾਈਨੀਜ਼ ਯੂਨੀਵਰਸਿਟੀ 'ਚ ਐਨਰੋਲਡ ਨੇ ਉਹਨਾਂ ਨੂੰ ਅਜੇ ਤੱਕ ਫਿਜ਼ੀਕਲ ਕਲਾਸਿਸ ਦੇ ਵਿੱਚ ਉਹਨਾਂ ਨੇ ਨਹੀਂ ਅਲਾਓ ਕੀਤਾ, ਅਜੇ ਔਨਲਾਈਨ ਹੈ ਕਿਉਂਕਿ ਚਾਈਨਾ 'ਚ ਵੀ ਕੋਵਿਡ-19 ਦੀ ਦੂਸਰੀ ਵੇਵ ਵੀ ਜਿਹੜੀ ਲੈਸ ਡੇਂਜਰਸ ਹੈ ਭਾਵੇਂ, ਪਰ ਉੱਥੇ ਚੱਲ ਰਹੀ ਹੈ, ਲੋਕਡਾਊਨ ਹੈ। ਸੋ ਇਸ ਮਾਮਲੇ 'ਚੋਂ ਹੈਲਥ ਰਿਸਕ ਨਹੀਂ ਲੈਂਦੇ। ਪਰ ਇਹ ਜਿਹੜਾ ਹੈ ਉਹ ਤਾਂ ਬਹਾਨਾ ਹੀ ਇਹਨਾਂ ਨੇ ਬਣਾਇਆ। ਇਹ ਅਮਰੀਕਾ ਨੂੰ ਇਹ ਦੱਸ ਰਹੇ ਨੇ
ਕਿ ਵੀ ਅਸੀਂ ਹੁਣ ਉਹਨਾਂ ਨੇ ਭੂਟਾਨ, ਮਾਲਦੀਵਜ਼, ਨੇਪਾਲ ਇਹਨਾਂ ਸਾਰਿਆਂ ਨੂੰ ਦੇ ਵੀਜ਼ੇ ਵਾਲਿਆਂ ਨੂੰ ਅਲਾਉ ਕੀਤਾ ਐਂਟਰ ਕਰਨਾ ਇੰਡੀਆ, ਪਰ ਚਾਈਨੀਜ਼ ਵਾਲਿਆਂ ਨੂੰ ਜਿਹੜਾ ਅਲਾਉ ਨਹੀਂ ਕੀਤਾ। ਸੋ ਜ਼ਾਹਰ ਹੈ ਕਿ ਵੀ ਹੁਣ ਭਾਰਤ ਇੱਕੋ ਵੇਲੇ ਸੱਪ ਨੂੰ ਵੀ ਕਹਿੰਦਾ ਕਿ ਯਾਰੀ ਤੇਰੇ ਨਾਲ ਵੀ ਹੈ, ਨਿਓਲੇ ਨੂੰ ਵੀ ਕਹਿੰਦਾ ਫਿਕਰ ਨਾ ਕਰ, ਪੈ ਜਾ ਸੱਪ ਨੂੰ, ਅਸੀਂ ਵੀ ਤੇਰੇ ਨਾਲ ਹੈ, ਅਸੀਂ ਬਾਹਰ ਡਮਰੂ ਵਜਾਵਾਂਗੇ। ਸੋ ਕਨਕਲੂਜਨ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਅੱਛਾ, ਅੱਜ ਵੀ ਕਿਉਂਕਿ ਸ੍ਰੀ ਰਾਗ ਦੀ ਵਿਚਾਰ ਚੱਲ ਰਹੀ ਹੈ, ਤੀਸਰੇ ਪਾਤਸ਼ਾਹ ਦੀ ਬਾਣੀ ਸ਼ਬਦ ਤੁਸੀਂ ਇਹ ਦੇਖਦੇ ਹੋ ਕਿ ਤੀਸਰੇ ਪਾਤਸ਼ਾਹ ਦੇ ਸ਼ਬਦ ਲੰਮੇ ਹੁੰਦੇ ਨੇ, ਲੇਕਿਨ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਇੰਨੀ ਕੁ ਸਰਲ ਹੈ ਕਿ ਮੈਂ ਇੰਟਰਪ੍ਰੇਟ ਤਾਂ ਉਹਨੂੰ ਕਰਦਾ ਪਰ ਲੋੜ ਨਹੀਂ ਹੁੰਦੀ, ਕਿਉਂਕਿ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਉਸ ਦਾ ਮਤਲਬ ਸਮਝਾਉਂਦੇ ਨੇ। ਔਰ ਅੱਜ ਦਾ ਸ਼ਬਦ ਵੀ ਹੈ, ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ, ਸਤਿਗੁਰ ਕਿਆ ਫਿਟ ਗਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ, ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਹਾਓ। ਕਿ ਹੇ ਮੇਰੇ ਮਨ, ਹਮੇਸ਼ਾ ਉਸ ਰੱਬ ਨੂੰ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਝ। ਜੀ ਜਦੋਂ ਅਸੀਂ ਕਹਿੰਦੇ ਹਾਂ ਕਿ ਨਾਨਕ ਕਾ ਸਤਿਗੁਰ ਦਿਸੈ ਜ਼ਾਹਰਾ, ਕਿ ਗੁਰੂ ਨਾਨਕ ਸਾਹਿਬ ਲਈ ਔਰ ਉਹਨਾਂ ਦੇ ਰਸਤੇ 'ਤੇ ਚੱਲਦੇ ਆ ਸਿੱਖ ਲਈ ਰੱਬ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਜਿੱਥੇ ਦੇਖੋ ਹਾਜ਼ਰ ਹੈ, ਕਿਉਂਕਿ ਉਹ ਤੁਹਾਡੇ ਅੰਦਰ ਹੈ। ਤੁਸੀਂ ਜਦੋਂ ਅੰਦਰ ਵੱਲ ਝਾਕਦੇ ਹੋ ਤੇ ਤੁਹਾਨੂੰ ਅੰਦਰ ਉਸ ਰੱਬ ਦੀ ਜੋਤ ਨਜ਼ਰ ਆਉਂਦੀ ਹੈ, ਔਰ ਰੱਬ ਦੇ ਨਾਲ ਤੁਹਾਡੀ ਮੁਹੱਬਤ ਅਲਟੀਮੇਟਲੀ ਤੁਹਾਨੂੰ ਇਹੀ ਲੱਗਦਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਿਰਫ ਸਾਡੇ ਸਿਮਰਨ ਦੀ, ਇਬਾਦਤ ਦੀ, ਯਾਦ ਦੀ ਲੋੜ ਹੈ, ਉਹ ਹਮੇਸ਼ਾ ਸੰਭਾਲ ਕਰਦਾ ਹੈ, ਉਹਨੇ ਕਿਤੇ ਉੱਠ ਕੇ ਨਹੀਂ ਹੋਣਾ, ਉਹ ਤੁਹਾਡੇ ਨਾਲ ਹੈ। ਸੋ ਮਨ ਮੇਰੇ ਸਦਾ ਹਰ ਵੇਖ ਹਦੂਰ ਹੈ, ਮੇਰੇ ਮਨ ਹਮੇਸ਼ਾ ਉਸ ਵਾਹਿਗੁਰੂ ਨੂੰ ਹਜ਼ੂਰ, ਹਦੂਰ ਹਜ਼ੂਰ ਇੱਕੋ ਹੀ ਸਮਰਥਕ ਨੇ। ਜਨਮ ਮਰਨ ਦੁੱਖ ਪਰ ਹਰੈ, ਜਦੋਂ ਤੂੰ ਹਮੇਸ਼ਾ ਹਜ਼ੂਰ ਦੇਖੇਗਾ ਤੇ ਜਨਮ ਤੇ ਮਰਨ ਦਾ ਦੁੱਖ ਇਹ ਪਰ ਹਰੈ, ਇਹ ਦੂਰ ਹੋ ਜਾਏਗਾ। ਸ਼ਬਦ ਰਿਹਾ ਭਰਪੂਰ, ਤੇਰੇ ਅੰਦਰ ਸ਼ਬਦ ਦਾ ਆਨੰਦ ਹੋਏਗਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਕਿ ਹਰ ਯੁੱਗ ਦੇ ਵਿੱਚ ਮੀਨਸ ਹਰ ਟਾਈਮ, ਪਾਸਟ, ਪ੍ਰੈਜ਼ੈਂਟ, ਕੱਲ੍ਹ ਵੀ ਜਿਹੜੇ ਰੱਬ ਦੇ ਨਾਲ ਨਹੀਂ ਜੁੜੇ ਹੋਏ, ਜਿਨ੍ਹਾਂ ਨੇ ਉਸ ਸਤਿਗੁਰੂ, ਉਸ ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਬੰਦਗੀ ਨੂੰ ਦੇ ਵਿੱਚ ਜ਼ਿੰਦਗੀ ਨਹੀਂ ਗੁਜ਼ਾਰੀ, ਉਹਨਾਂ ਨੂੰ ਦੁੱਖ ਤੋਂ ਬਿਨਾਂ ਕੁਛ ਨਸੀਬ ਨਹੀਂ ਹੁੰਦਾ। ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ। ਇਹ ਇਵੇਂ ਹੀ ਹੈ, ਕਈ ਵਾਰ ਜਿਸ ਪੰਜਾਬੀ 'ਚ ਕਹਿੰਦੇ ਨੇ ਕਿ ਕੁੱਛੜ ਕੁੜੀ ਸ਼ਹਿਰ ਟੰਡੋਰਾ, ਤੁਸੀਂ ਬਾਹਰ ਲੱਭਦੇ ਫਿਰਦੇ ਹੋ ਕਿ ਤੁਹਾਡੀ ਕੁੱਛੜ 'ਚ ਚੱਕੀ ਹੋਈ ਹੈ। ਹੁਣ ਇਹ ਗੁਰੂ ਸਾਹਿਬ ਨੇ ਕਿਹਾ ਘਰ ਹੁੰਦਾ ਪੁਰਖ ਨਾ ਪਛਾਣਿਆ, ਕਿ ਜਿਹੜਾ ਰੱਬ, ਜਿਹੜਾ ਪੁਰਖ ਅਕਾਲ ਪੁਰਖ ਤੁਹਾਡੇ ਨਾਲ ਹੈ, ਉਸ ਦੀ ਤੁਸੀਂ ਪਛਾਣ ਹੀ ਨਹੀਂ ਕੀਤੀ। ਅਭਿਮਾਨ ਮੁੱਠੇ ਅਹੰਕਾਰ, ਮੁੱਠਾ ਹੁੰਦਾ ਠੱਗਿਆ ਜਾਣਾ, ਤੁਸੀਂ ਹੰਕਾਰ ਦੇ ਵਿੱਚ, ਅਭਿਮਾਨ ਦੇ ਵਿੱਚ ਹੀ ਮੁੱਠੇ ਜਾਂਦੇ ਹੋ। ਜ਼ਿੰਦਗੀ ਤੁਹਾਡੀ ਹੰਕਾਰ ਅਭਿਮਾਨ ਦੇ ਵਿੱਚ ਗੁਜ਼ਰ ਜਾਂਦੀ ਹੈ। ਸਤਿਗੁਰੂ ਕਿਆ ਫਿਟ ਕਿਆ ਮੰਗ ਥੱਕੇ ਸੰਸਾਰ, ਤੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਸਤਿਗੁਰੂ ਵੱਲੋਂ ਫਿਟਕਾਰੇ ਹੋਏ ਨੇ, ਉਹ ਮੰਗਤੇ ਹੀ ਰਹਿੰਦੇ ਨੇ। ਉਹਨਾਂ ਦੇ ਅੰਦਰ ਕਦੇ ਵੀ ਜਿਹੜਾ ਉਹ ਤ੍ਰਿਪਤੀ ਨਹੀਂ ਹੁੰਦੀ, ਉਹ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਜ਼ਿੰਦਗੀ ਡਿਜ਼ਾਇਰਸ ਦੇ ਪਿੱਛੇ ਦੌੜੀ ਹੁੰਦੀ ਹੈ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ, ਕਿ ਜਿਹੜੇ ਵਾਹਿਗੁਰੂ ਦੀ ਯਾਦ, ਜਿਸ ਦੇ ਸ਼ਬਦ ਨਾਲ ਜੁੜ ਕੇ ਸਾਰੇ ਕਾਜ ਸਿਰੇ ਚੜ੍ਹਦੇ ਨੇ, ਉਹਨਾਂ ਨੂੰ ਜਿਹੜਾ ਉਹ ਰੱਬ ਭੁੱਲਿਆ ਹੁੰਦਾ, ਕਿਉਂਕਿ ਉਹ ਸ਼ਬਦ ਦੇ ਨਾਲ ਨਹੀਂ ਜੁੜੇ ਹੁੰਦੇ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ, ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ, ਸੱਚਾ ਸਾਹੋ ਵਰਤਦਾ, ਕੋਏ ਨਾ ਮੇਟਣ ਹਾਰ, ਮਨ ਮੁਖ ਮਹਿਲ ਨਾ ਪਾਏ ਨੀ, ਕੂੜ ਮੁੱਠੇ ਕੁੜਿਆਰ। ਕਿ ਜਿਹੜੇ ਸੱਚ ਦੀ, ਵਾਹਿਗੁਰੂ ਅਲਟੀਮੇਟ ਟਰੂਥ ਹੈ, ਸਲਾਹਨਾ ਕਰਦੇ ਨੇ, ਜਿਨ੍ਹਾਂ ਦੇ ਜੀਵਨ ਦਾ ਆਧਾਰ ਸੱਚਾ ਨਾਮ ਹੈ, ਉਹਨਾਂ ਦੀ ਜ਼ਿੰਦਗੀ ਦੀ ਕਾਰ, ਉਹਨਾਂ ਦੀ ਕਿਰਤ ਸੱਚੀ ਹੈ, ਕਿਉਂਕਿ ਉਹ ਸੱਚੇ ਨਾਲ ਪਿਆਰ ਕਰਦੇ ਨੇ, ਔਰ ਉਹਨਾਂ ਦੇ ਜੀਵਨ ਦੇ ਅੰਦਰ ਸੱਚ ਹੀ ਵਰਤਦਾ। ਉਹੀ ਵਾਹਿਗੁਰੂ ਹਰ ਥਾਂ ਹੈ, ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ਤੇ ਜਿਹੜੇ ਮਨਮੁਖ ਨੇ, ਉਹ ਰੱਬ ਦੀ ਹਜ਼ੂਰੀ ਮਹਿਲ, ਮਨਮੁਖ ਮਹਿਲ ਨਾ ਪਾਏ ਨਹੀਂ, ਉਹ ਕਦੇ ਵੀ ਉਸ ਨੂੰ
ਹਾਸਲ ਨਹੀਂ ਕਰ ਸਕਦੇ। ਕੂੜ ਮੁੱਠੇ ਕੂੜ ਯਾਰ, ਕਿਉਂਕਿ ਉਹ ਝੂਠੇ ਨੇ, ਪਰ ਮੁੱਠੇ ਹੁੰਦਾ ਠੱਗਿਆ ਜਾਣਾ, ਉਹ ਹਮੇਸ਼ਾ ਕੂੜ ਦੇ ਹੱਥ 'ਚ ਹੀ ਠੱਗੇ ਜਾਂਦੇ ਨੇ। ਹਉਮੈ ਕਰਤਾ ਜਗ ਮੂਆ, ਗੁਰਬਿਨ ਘੋਰ ਅੰਧਾਰ, ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ, ਸਤਿਗੁਰ ਸੇਵੇ ਤਾਂ ਉਭਰੈ, ਸੱਚ ਰੱਖੇ ਉਰ ਧਾਰ, ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਹਉਮੈ ਕਰਤਾ ਜਗ ਮੂਆ, ਕਿ ਦੁਨੀਆ ਹਉਮੈ ਦੇ ਵਿੱਚ ਮੈਂ ਦੇ ਵਿੱਚ ਹੀ ਖਤਮ ਹੋ ਰਹੀ ਹੈ। ਗੁਰਬਿਨ ਘੋਰ ਅੰਧਾਰ, ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਚਾਰ ਚਫੇਰੇ ਹਨੇਰਾ, ਇਹ ਰੂਹ ਦੇ ਹਨੇਰੇ ਦੀ ਗੱਲ ਹੈ। ਔਰ ਉਸ ਮਾਇਆ ਦੇ ਵਿੱਚ, ਮੋਹ ਦੇ ਵਿੱਚ ਫਸ ਕੇ ਜਿਹੜਾ ਅਸੀਂ ਉਸ ਸੁਖ ਦਾਤੇ ਦਾਤਾਰ ਨੂੰ ਵਿਸਾਰਿਆ ਹੋਇਆ। ਜਦੋਂ ਅਸੀਂ ਸਤਿਗੁਰੂ ਦੀ ਸੇਵਾ, ਰੱਬ ਦੀ ਯਾਦ 'ਚ ਜੁੜਦੇ ਹਾਂ, ਸਤਿਗੁਰ ਸੇਵਾ ਤਾਂ ਉਭਰੈ, ਸੱਚ ਰੱਖਿਆ ਉਰ ਧਾਰ। ਉਭਾਰ ਹੀ ਉਦੋਂ ਹੁੰਦਾ ਹੈ ਜ਼ਿੰਦਗੀ ਦਾ, ਜ਼ਿੰਦਗੀ ਦੇ ਮਾਇਨੇ ਹੀ ਉਦੋਂ ਸਮਝ ਆਉਂਦੇ ਨੇ ਜਦੋਂ ਸੱਚ ਰੂਪੀ ਵਾਹਿਗੁਰੂ ਸਾਡੇ ਉਰ ਦਿਲ ਦੇ ਅੰਦਰ ਵਸਦਾ ਹੈ। ਕਿਰਪਾ ਤੇ ਹਰ ਪਾਈ ਹੈ, ਸੱਚ ਸ਼ਬਦ ਵਿਚਾਰ। ਉਹਦੀ ਬਖਸ਼ਿਸ਼ ਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਔਰ ਸੱਚ ਸ਼ਬਦ ਦੇ ਉੱਤੇ ਤੁਹਾਡੀ ਵਿਚਾਰ ਟਿਕਦੀ ਹੈ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ, ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ, ਧੰਦਾ ਧਾਵਤ ਰਹਿ ਗਏ, ਲਾਗਾ ਸਾਚ ਪਿਆਰ, ਸੱਚ ਰੱਤੇ ਮੁਖ ਉਜਲੇ, ਤਿਤ ਸਾਚੇ ਦਰਬਾਰ। ਸਤਿਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ, ਅੰਦਰੋਂ ਹਉਮੈ ਨਿਕਲਦੀ ਹੈ, ਵਿਕਾਰ ਜਿਹੜੇ ਨੇ ਉਹ ਤਜੇ ਜਾਂਦੇ ਨੇ। ਸੱਚ ਨਾਲ ਜੁੜ ਕੇ ਜਿਹੜਾ ਆਪਣਾ ਆਪਾ ਖਤਮ ਹੋ ਜਾਂਦਾ, ਹਉਮੈ ਆਪ ਛੋੜ ਜੀਵਤ ਮਰੇ। ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਅੰਦਰੋਂ ਹਉਮੈ ਮਰਦੀ ਹੈ ਔਰ ਦੁਨਿਆਵੀ ਧੰਦਿਆਂ ਤੋਂ ਖਹਿੜਾ ਛੁੱਟ ਜਾਂਦਾ, ਜਿਹੜੇ ਉਹਨਾਂ ਵੱਲ ਦੌੜ ਹੈ ਖਤਮ ਹੋ ਜਾਂਦੀ ਹੈ। ਸੱਚਾ ਪਿਆਰ ਸਾਡੇ ਧੁਰ ਅੰਦਰ ਲੱਗਾ ਹੁੰਦਾ, ਉਸ ਸੱਚ ਨਾਲ ਜੁੜਿਆਂ ਮੁੱਖ ਉਜਲੇ ਹੁੰਦੇ ਨੇ। ਉਸ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਮੁੱਖ ਉਜਲ ਹੋਏਗਾ। ਔਰ ਅਖੀਰਲਾ ਜਿਹੜਾ ਪਦ ਹੈ, ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰਹਿ, ਦੂਜੇ ਪਾਏ ਖੁਆਰ, ਹਰ ਜੀਓ ਆਪਣੀ ਕਿਰਪਾ ਕਰੈ, ਤਾਂ ਲਾਗੈ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹੇਤ ਅਪਾਰ। ਕਿ ਜਿਹੜੇ ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਕਿ ਜਿਨ੍ਹਾਂ ਨੂੰ ਦਾ ਸਤਿਗੁਰੂ ਪੁਰਖ ਦੇ ਉੱਤੇ, ਅਕਾਲ ਪੁਰਖ ਤੇ ਅਮੰਨਾ ਨਹੀਂ ਹੈ, ਉਹਨਾਂ ਦੇ ਅੰਦਰ ਵਾਹਿਗੁਰੂ ਦੀ ਮੁਹੱਬਤ ਨਹੀਂ ਹੈ, ਪਿਆਰ ਨਹੀਂ ਹੈ, ਉਹ ਜੋ ਮਰਜ਼ੀ ਦਾਨ ਕਰਨ, ਇਸ਼ਨਾਨ ਕਰਨ, ਤੀਰਥਾਂ 'ਤੇ ਧੱਕੇ ਖਾਂਦੇ ਫਿਰਨ, ਉਹ ਵੀ ਸਾਰ ਖੁਆਰੀ ਹੈ। ਕਿਉਂਕਿ ਅਲਟੀਮੇਟਲੀ ਤਾਂ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ। ਜਦੋਂ ਰੱਬ ਦੀ ਰਹਿਮਤ ਹੁੰਦੀ ਹੈ, ਨਾਮ ਦੇ ਨਾਲ ਪਿਆਰ ਲੱਗਦਾ, ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹੇਤ ਅਪਾਰ। ਤੀਸਰੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਐ ਮੇਰੇ ਵੀਰ, ਐ ਮਨੁੱਖ, ਉਸ ਨਾਮ ਨੂੰ ਤੂੰ ਸੰਭਾਲ ਲੈ ਔਰ ਉਸ ਦੇ ਨਾਲ ਹੀ ਤੇਰਾ ਉਸ ਅਨੰਤ ਵਾਹਿਗੁਰੂ ਦੇ ਨਾਲ, ਇਨਫਿਨਿਟ ਵਾਹਿਗੁਰੂ ਦੇ ਨਾਲ ਸਦੀਵੀ ਪਿਆਰ ਹੋਏਗਾ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।